का खालसा वाहिगुरू जी की फतेह। एक ओंकार सतनाम करता पुरख निरभउ निर्वैर अकाल मूरत आजूनी सैभं गुर प्रसाद। साध संगत जी आओ अरदास करिए, बेनतियां करिए। हे अकाल पुरख सृष्टि दे मालक मेहर करो, मेहर करो। सानू बाणी पढ़नी समझनी ते मननी आ जावे, कृपा करो, कृपा करो। जो बाणी कहे वही ही करिए, उस मुताबिक चलिए। गुरु साहब 953 अंग ते श्लोक महला पहला। इस श्लोक दे विच गुरु साहब समझा रहे हैं भी आ दुनिया संसार है जो दुखों का घर है। इत्थे वड्डे वड्डे सारे ही दुखी रहिंदे हैं, सब नूं दुख आउंदे हैं। चाहे जिन्ना मर्जी अमीर होए, दुनिया का राजा भी बन जाए तां भी दुखी रहूगा। दुनिया का धन आ जाए किसी को तां भी है ही दुखों का घर। तां गुरु साहब कहते नानक दुखिया सब संसार। पर कौन सुखी हो सकता है जिहड़ा नाम जप के आपदे मन नूं काबू कर लैंदा है। उहनूं दुख तां आउंदे आ पर दुख लगदे नहीं, सह जांदा वो। इस श्लोक दी गुरु साहब ने सारिਆਂ ਨੂੰ समझाया भी ये इस संसार सारे दुखी हैगे। फिर उदाहरणा उस दियां दित्तियां गईयां। पावरफुल सी जिहड़े वो भी दुखी रहे। गुरु आए, गुरु भी गुरुआं नूं किन्नियां तकलीफां आईयां। 2 गुरु तां शहीद होए है। इस तरह गुरु साहब कहंदे तां जंग है, मैदान है जंग का। इत्थे जिहड़ा खिडारी है ਉਹਨੂੰ लड़ना पैंदा है। पंजे ਉਹਨੂੰ तंग करते करते क्योंकि टेस्ट है एक। श्लोक महला पहला। सैंसर दान दे इंदर रोआया, परशुराम रोवे घर आया। अजे सो रोवे भिखिया खाए, ऐसी दरगाह मिले सजाए। रोवे राम निकाला भया, सीता लक्ष्मण विछड़ गया। रोवे दैसर लंक गवाए, जिन सीता आदि डौरू वाए। रोवे पंडित भये मजूर, रोवे पांडव भये मजूर। जिनके स्वामी रहत हदूर। रोवे जनमेजा खोए गया, एक ही कारण पापी भया। रोवे शेख मसायक पीर, अंतकाल मत लागे भीड़। रोवे राजे कन पड़ाए, कर कर मांगे भिखिया जाए। रोवे कृपन संचे धन जाए, पंडित रोवे ज्ञान गवाए। बाली रोवे नाही पतार, नानक दुखिया सब संसार। नानक दुखिया सब संसार। मन्ने नाउ सोई जन जाए, और ही कर्म ना लेखे लाए। गुरु साहब के जिंदगी एक बाजी है। इस संसार दे विच असी पंजां नाल लड़न आउने, खेडन आउने। ये फिर पंजे सानू हरेक नूं दुख दिंदे आ। गुरु साहब ने किन्नियां उदाहरणां दे के एक चीज़ सानू समझाया भी ये संसार दुखों का घर है। पहले पातशाह पहला इंद्र देवता की उदाहरण दिंदे आ। वो भी
ਇਹਨਾਂ ਸ਼ਕਤੀਆਂ ਦਾ ਮਾਲਕ ਹੋ ਕੇ ਕਾਮ ਦੇ ਅਧੀਨ ਆ ਗਿਆ ਸੀ ਤੇ ਗੌਤਮ ਰਿਸ਼ੀ ਦੀ ਪਤਨੀ ਨਾਲ ਉਹਨੇ ਗਲਤ ਕੰਮ ਕੀਤਾ ਤੇ ਗੌਤਮ ਨੇ ਉਹਨੂੰ ਸ਼ਰਾਪ ਦਿੱਤਾ ਸੀ ਤੇ ਉਹਦੇ ਚਿਹਰੇ ਦੇ ਉੱਤੇ, ਸਾਰੇ ਸਰੀਰ ਦੇ ਉੱਤੇ ਇੱਕ ਨਿਸ਼ਾਨ ਬਣ ਗਏ ਸੀਗੇ, ਭੱਗ ਦੇ, ਇਸਤਰੀ ਲਿੰਗ ਦੇ ਨਿਸ਼ਾਨ ਬਣ ਗਏ ਸੀਗੇ ਤੇ ਉਹ ਬੜਾ ਫਿਰ ਛੁਪਦਾ ਫਿਰਦਾ ਸੀ, ਬੜਾ ਦੁਖੀ ਹੋਇਆ। ਪਰ ਦੁਖੀ ਕਿਹਨੇ ਕੀਤਾ? ਕਾਮ ਨੇ ਉਹਨੂੰ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਉਹ ਬੜਾ ਰੋਇਆ, ਸੈਂਸਰਦਾਨ ਇੰਦਰ ਰੋਇਆ। ਉਹਦੇ ਡੰਡ ਤੇ ਹਜ਼ਾਰਾਂ, ਸਾਰੇ ਦੇ ਸਰੀਰ ਤੇ ਉਸ ਤਰ੍ਹਾਂ ਦੇ ਨਿਸ਼ਾਨ ਬਣ ਗਏ ਸੀ, ਜਿਵੇਂ ਅੱਖ ਤਰ੍ਹਾਂ ਹੁੰਦੀ ਹੈ, ਇਸ ਤਰ੍ਹਾਂ ਨਿਸ਼ਾਨ ਬਣ ਗਏ ਸੀ। ਪਰਸ਼ੁਰਾਮ ਰੋਵੇ ਘਰ ਆਇਆ। ਪਰਸ਼ੁਰਾਮ ਵੀ ਇੱਕ ਬ੍ਰਾਹਮਣ ਸੀਗਾ, ਉਹਦੇ ਪਿਤਾ ਨੂੰ ਕਿਸੇ ਨੇ ਮਾਰ ਦਿੱਤਾ ਸੀਗਾ। ਫਿਰ ਉਹਦੇ ਬਦਲੇ ਦੀ ਅੱਗ ਦੇ ਵਿੱਚ ਪਰਸ਼ੁਰਾਮ ਨੇ ਖੱਤਰੀਆਂ ਦੀ ਕੁਲ ਨੂੰ ਨਾਸ਼ ਕਰਨਾ ਸ਼ੁਰੂ ਕਰ ਦਿੱਤਾ। ਪਰ ਜਦੋਂ ਉਸਨੇ ਰਾਮਚੰਦਰ ਜੀ ਤੇ ਆਪਣਾ ਕੁਹਾੜਾ ਚਲਾਇਆ ਚੁੱਕਿਆ ਤਾਂ ਉਹਦੀ ਸਾਰੀ ਸ਼ਕਤੀ ਖਤਮ ਹੋ ਗਈ। ਬੜਾ ਰੋਇਆ, ਬੜਾ ਪਛਤਾਇਆ। ਹੁਣ ਇੰਨੇ ਹੀ ਰਾਮਚੰਦਰ ਨੂੰ ਤੇ ਘੋੜਾ ਨਹੀਂ ਚੱਲਿਆ ਉਹਦਾ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਭਾਈ ਉਹ ਵੀ ਰੋਇਆ, ਇੰਨੀਆਂ ਸ਼ਕਤੀਆਂ ਦਾ ਮਾਲਕ ਸੀਗਾ। ਇਹ ਅਜੇ ਸੋ ਰੋਵੇ ਭਿਖਿਆ ਖਾਏ। ਰਾਜਾ ਅਜੇ ਨੇ, ਜੋ ਸ਼੍ਰੀ ਚੰਦ ਰਾਮਚੰਦਰ ਜੀ ਦੇ ਦਾਦਾ ਜੀ ਸੀ, ਇੱਕ ਸਾਧੂ ਨੂੰ ਭਿਖਿਆ ਦੇ ਵਿੱਚ ਲਿੱਧ ਦੇ ਦਿੱਤੀ ਸੀ, ਮੁੜ ਕੇ ਉਹਨੂੰ ਖਾਣੀ ਪਈ ਸੀ। ਅਜੇ ਰਾਜਾ ਵੀ ਰੋਇਆ ਆਪਦੇ ਕੀਤੇ ਕਰਨ ਦੇ ਨਾਲ, ਕਿਉਂਕਿ ਇੱਥੇ ਹਰੇਕ ਹੀ ਦੁਖੀ ਰਹਿੰਦਾ ਹੈ। ਐਸੀ ਦਰਗਾਹ ਮਿਲੇ ਜਾਏ, ਪਰਮਾਤਮਾ ਦੀ ਹਜ਼ੂਰੀ 'ਚ ਫਿਰ ਅਜਿਹੀ ਸਜ਼ਾ ਮਿਲਦੀ ਹੈ। ਕੀਤੇ ਕਰਮਾਂ ਦੀ ਸਜ਼ਾ ਸਾਨੂੰ ਵੀ ਮਿਲਣੀ ਹੈ। ਫਿਰ ਗੁਰੂ ਸਾਹਿਬ ਨੇ ਰੋਵੇ ਰਾਮ ਨਿਕਾਲਾ ਪਿਆ। ਹੁਣ ਰਾਮਚੰਦਰ ਜੀ ਨੂੰ ਆਪ ਵੀ, ਹੁਣ ਲੋਕਾਂ ਦਾ ਭਲਾ ਵੀ ਕੀਤਾ ਤੇ ਪਰ ਫਿਰ ਵੀ ਉਹਨਾਂ ਨੂੰ ਮੁਸ਼ਕਲਾਂ ਆਈਆਂ। ਉਹਨਾਂ ਨੂੰ ਰਾਜ ਗੱਦੀ ਵਾਸਤੇ ਬੁਲਾਇਆ ਜਾਂਦਾ ਵੀ ਤੁਹਾਨੂੰ ਰਾਜ ਗੱਦੀ ਦਿੱਤੀ ਜਾਊਗੀ, ਪਰ ਰਾਤੇ ਰਾਤ ਫੈਸਲਾ ਬਦਲ ਜਾਂਦਾ ਵੀ ਉਹਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ। ਜਦੋਂ ਆਉਂਦੇ ਆ, ਜਦੋਂ ਰਾਜ ਦਰਬਾਰ 'ਚ ਆਉਂਦੇ ਆ, ਉੱਥੇ ਕਹਿੰਦੇ ਨਹੀਂ ਗੱਦੀ ਨਹੀਂ ਤੈਨੂੰ ਮਿਲਣੀ, ਹੁਣ 14 ਸਾਲ ਦਾ ਬਦਮਾਸ਼ ਬਨਵਾਸ ਮਿਲੂਗਾ। ਸੁਣ ਲਓ, ਉਹਨਾਂ ਨੂੰ ਵੀ ਇੰਨੀਆਂ ਮੁਸ਼ਕਲਾਂ ਆਈਆਂ। ਬਨਵਾਸ ਮਿਲ ਗਿਆ, ਸੀਤਾ ਲక్ష్మణ ਵਿਛੜ ਗਿਆ। ਫਿਰ ਉੱਥੇ ਗਏ, ਉੱਥੇ ਗੁਰੂ ਸਾਹਿਬ ਕਹਿੰਦੇ ਸੀਤਾ ਤੇ ਲక్ష్మణ ਤੋਂ ਵੀ ਵਿਛੜ ਗਏ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਤਕਲੀਫਾਂ ਆਉਣਗੀਆਂ, ਸਾਨੂੰ ਵੀ ਆਉਣਗੀਆਂ, ਅੱਜ ਆਉਣਗੀਆਂ। ਤਕਲੀਫਾਂ ਨਾਲ ਲੜਨਾ ਪੈਂਦਾ ਹੈ। ਫਿਰ ਕਹਿੰਦੇ ਰੋਵੇ ਦੈਸਰ ਲੰਕ ਗਵਾਏ, ਜਿਨ ਸੀਤਾ ਆਂਦੀ ਢੌਰੂ ਵਾਏ। ਗੁਰੂ ਸਾਹਿਬ ਕਹਿੰਦੇ ਜਿਹੜਾ ਰਾਵਣ ਸੀਗਾ, ਉਹ ਸੀਤਾ ਨੂੰ ਚੱਕ ਕੇ ਲੈ ਗਏ ਸੀ, ਉਹ ਕਿਹੜਾ ਸੁਖੀ ਰਿਹਾ? ਜਾਂ ਤਾਂ ਉਹ ਸੁਖੀ ਹੋ ਜਾਂਦਾ, ਰਾਮਚੰਦਰ ਜੀ ਦੁਖੀ ਹੋ ਗਏ ਸੀ, ਉਹ ਵੀ ਦੁਖੀ ਰਿਹਾ। ਕਹਿੰਦਾ ਸੀਤਾ ਨੂੰ ਲੈ ਗਿਆ ਸੀਗਾ, 10 ਸਿਰਾਂ ਵਾਲਾ ਸੀਗਾ ਰਾਵਣ, ਸਾਰੂ ਦਾ ਭੇਸ ਵਿਸਾ ਕੇ ਲੈ ਗਿਆ ਸੀਗਾ। ਉਹ ਡੌਰੂ ਵਾਏ ਮਤਲਬ ਡਮਰੂ ਵਜਾ ਕੇ ਸਾਧੂ ਦਾ ਭੇਸ ਬਣਾ ਕੇ ਸੀਤਾ ਨੂੰ ਛੱਲ ਕੇ ਲੈ ਗਿਆ। ਰਾਵਣ ਅੱਜ ਵੀ ਸਾਡੀ ਸੀਤਾ ਨੂੰ ਲੈ ਜਾਂਦਾ, ਮਤ ਨੂੰ ਲੈ ਜਾਂਦੇ। ਪੰਜੇ ਵਿਕਾਰ ਹੈ, ਇਹ ਬੜੇ ਤਰੀਕੇ ਨਾਲ ਲੈ ਜਾਂਦੇ ਆ, ਸਾਨੂੰ ਪਤਾ ਨਹੀਂ ਲੱਗਦਾ। ਇਸ ਤਰ੍ਹਾਂ ਕਹਿੰਦੇ ਉਹ ਰਾਵਣ ਵੀ ਜਿਹੜਾ ਸੀਤਾ ਨੂੰ ਲੈ ਗਿਆ, ਧੋਖੇ ਨਾਲ ਲੈ ਗਿਆ ਸੀ, ਸੁਖੀ ਹੋਣ ਦੀ ਬਜਾਏ ਉਹ ਵੀ ਦੁਖੀ ਹੋਇਆ, ਸਾਰੀ ਲੰਕਾ ਹੀ ਗਵਾ ਬੈਠਾ। ਫਿਰ ਕਹਿੰਦੇ ਹੋਰ ਪਾਂਡਵ ਸੀ, ਜਿਹੜੇ ਕੌਰਵ ਪਾਂਡਵ ਸੀਗੇ, ਰੋਵੇ ਪਾਂਡਵ ਭਏ ਮਜ਼ੂਰ, ਜਿਨ ਕੇ ਸੁਆਮੀ ਰਹਿਤ ਹਦੂਰ।
ਕਹਿੰਦੇ ਪੰਜੇ ਪਾਂਡੇ ਜਿਹੜੇ ਉਹਨਾਂ ਨੂੰ ਅਗਿਆਤਵਾਸ ਮਿਲ ਗਿਆ ਸੀ ਵੀ ਤੁਸੀਂ ਇੰਨੇ ਸਾਲ ਲੁਕ ਛਿਪ ਕੇ ਰਹਿਣਾ, ਕਿਸੇ ਦੇ ਸਾਹਮਣੇ ਨਹੀਂ ਆਉਣਾ। ਉਹ ਜਾ ਕੇ ਵਿਰਾਟ ਰਾਜੇ ਦੇ ਮਜ਼ਦੂਰ ਬਣ ਗਏ ਅਤੇ ਕਿੰਨੇ ਸਾਲ ਮਜ਼ਦੂਰੀ ਕਰਕੇ ਦੂਸਰੇ ਭੇਸ 'ਚ ਰਹੇ ਵੀ ਲੋਕ ਪਛਾਣ ਵੀ ਨਾ ਲੈਣ। ਭਾਵੇਂ ਕਿ ਪਾਂਡਵਾਂ ਦੇ ਪਾਸ ਹੀ ਕ੍ਰਿਸ਼ਨ ਜੀ ਰਹਿੰਦੇ ਸਨ, ਉਹਨਾਂ ਦਾ ਪੱਖ ਸੀ, ਜੁੜੇ ਸੀ, ਫਿਰ ਵੀ ਦੁਖੀ ਹੋਏ। ਫਿਰ ਇੱਕ ਹੋਰ ਉਦਾਹਰਨ ਦੇ, ਰੋਵੇ ਜਨਮੇਜਾ ਖੋਏ ਗਿਆ, ਇੱਕ ਹੀ ਕਾਰਨ ਪਾਪੀ ਪਿਆ। ਗੁਰਸਾਂ ਦੇ ਰਾਜਾ ਜਨਮੇਜਾ ਖੁੰਝ ਗਿਆ, ਉਹਨੇ 18 ਬ੍ਰਾਹਮਣਾਂ ਨੂੰ ਜਾਨੋਂ ਮਾਰ ਬੈਠਾ। ਪਛਤਾਪ ਵਾਸਤੇ ਫਿਰ ਮਹਾਂਭਾਰਤ ਚੁਣਿਆ, ਸ਼ੰਕ ਕੀਤੇ, ਪਰ ਇੱਕ ਹੀ ਕਾਰਨ, ਇੱਕ ਗਲਤੀ ਦੇ ਕਾਰਨ ਜਨਮੇਜਾ ਨੇ, ਜੋ ਕਿ ਹਸਤਨਾਪੁਰ ਦਾ ਰਾਜਾ ਸੀ, 18 ਬ੍ਰਾਹਮਣ ਨੂੰ ਉਹਨੇ ਮਾਰ ਦਿੱਤਾ ਸੀਗਾ। ਇਸ ਤਰ੍ਹਾਂ ਗੁਰੂ ਸਾਹਿਬ ਦੇ ਇੱਕ ਗਲਤੀ ਦੇ ਕਾਰਨ ਪਾਪੀ ਬਣਿਆ ਅਤੇ ਉਹਦੇ ਉਸ ਪਾਪ ਦੇ ਨਾਲ ਉਹਦੇ ਕੋੜ ਹੋ ਗਿਆ ਸੀ, ਉਹ ਦੁਖੀ ਰਿਹਾ। ਉਹ ਵੀ ਰੋਵੇ ਸੇਖ ਮਸਾਇਕ ਪੀਰ। ਗੁਰੂ ਸਾਹਿਬ ਕਹਿੰਦੇ ਇੱਥੇ ਵੱਡੇ ਵੱਡੇ ਹੋਰ ਭਾਵੇਂ ਰਾਜੇ ਬਣ ਜਾਣ, ਪੀਰ ਬਣ ਜਾਣ, ਸ਼ੇਖ ਬਣ, ਉਹ ਵੀ ਰੋਂਦੇ ਰਹਿੰਦੇ। ਸਰਵ ਸ੍ਰਿਸ਼ਟਕਾਰ ਰਾਜਾ ਦੁਖੀਆ ਵੀ ਹੈ। ਗੁਰੂ ਸਾਹਿਬ ਕਹਿੰਦੇ ਇੱਥੇ ਤਾਂ ਭਾਈ ਦੁੱਖ ਭੋਗਣੇ ਪੈਣਗੇ। ਅੰਤ ਕਾਲ ਮਤ ਲਾਗੇ ਪੀਰ। ਗੁਰੂ ਸਾਹਿਬ ਕਹਿੰਦੇ ਮਤਾ ਕਿ ਅੰਤ ਸਮੇਂ ਕੋਈ ਵਿਪਤਾ ਆ ਜਾਵੇ, ਹੋਵੇ, ਪਤਾ ਨਹੀਂ ਕਦੋਂ ਕਿਸੇ 'ਤੇ ਵਿਪਤਾ ਕੋਈ ਆ ਜਾਂਦੀ ਹੈ। ਮਰਦੇ ਦਮ ਤੱਕ ਕਈ ਤਕਲੀਫਾਂ ਹੁੰਦੀਆਂ ਰਹਿੰਦੀਆਂ। ਰੋਵੇ ਰਾਜੇ ਕੰਨ ਪੜਾਏ। ਗੁਰੂ ਸਾਹਿਬ ਕਹਿੰਦੇ ਰਾਜੇ ਭਰਥਰੀ, ਗੋਪੀ ਚੰਦ ਆਦਿ ਰਾਜੇ ਵੀ ਜੋਗੀ ਬਣ ਗਏ ਸੀ, ਦੁਖੀ ਹੋਏ ਰਹੇ। ਉਹ ਵੀ ਕੰਨ ਪੜਾ ਕੇ ਜੋਗੀ ਬਣ ਗਏ। ਰਾਜਿਆਂ ਤੋਂ ਵੀ ਘਰ ਘਰ ਮੰਗੇ ਭਿੱਖਿਆ ਜਾਏ, ਫਿਰ ਰਾਜਾ ਬਣ ਕੇ ਜੋਗੀ ਬਣਨਾ ਪੈ ਗਿਆ, ਘਰ ਘਰ ਮੰਗਣਾ ਵੀ ਪੈ ਗਿਆ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ, ਸਾਡੀ ਜ਼ਿੰਦਗੀ 'ਚ ਬੜੇ ਉਤਾਰ ਚੜ੍ਹਾਅ ਆਉਂਦੇ ਆ ਅਤੇ ਆਉਣਗੇ ਵੀ, ਪਰ ਨਾਮ ਦੀ ਤਾਕਤ ਦੇ ਨਾਲ ਮਨ ਨੂੰ ਰਜ਼ਾ ਕੇ ਅਸੀਂ ਲੜਨਾ ਇਹਨਾਂ ਨਾਲ। ਫਿਰ ਗੁਰੂ ਸਾਹਿਬ ਕਹਿੰਦੇ ਇੱਕ ਕੰਜੂਸ ਹੈ ਜਿਹੜਾ, ਉਹ ਵੀ ਬੜਾ ਰੋਂਦਾ ਜਦੋਂ ਧਨ ਜਾਂਦਾ ਹੈ। ਰੋਵੇ ਕਿਰਪਨ ਸੰਚੇ ਧਨ ਜਾਏ। ਕਹਿੰਦਾ ਧਨ ਇਕੱਠਾ ਕੀਤਾ ਜਦੋਂ ਚਲਾ ਜਾਂਦਾ ਕੰਜੂਸ ਆਦਮੀ ਬੜਾ ਰੋਂਦਾ। ਪੰਡਤ ਰੋਵੇ ਗਿਆਨ ਗਵਾਏ। ਪੰਡਤ ਜਦੋਂ ਗਿਆਨ ਖਤਮ ਹੋ ਜਾਂਦਾ, ਜਦੋਂ ਉਹਦੀ ਦੁਕਾਨਦਾਰੀ ਨਹੀਂ ਚੱਲਦੀ, ਉਹ ਰੋਂਦਾ। ਉਹਦਾ ਗਿਆਨ ਨਹੀਂ ਸੁਣਦਾ ਜਦੋਂ, ਉਦੋਂ ਰੋਂਦਾ ਉਹ। ਇਹ ਕਹਿੰਦਾ ਬਾਲੀ ਰੋਵੇ ਨਾਹੇ ਪਤਾਰ। ਇਸਤਰੀ ਦੇ ਜਦੋਂ ਪਤੀ ਚਲਾ ਜਾਵੇ, ਇਸਤਰੀ ਰੋਂਦੀ ਹੈ। ਨਾਨਕ ਦੁਖੀਆ ਸਭ ਸੰਸਾਰ। ਗੁਰੂ ਸਾਹਿਬ ਕਹਿੰਦੇ ਭਾਈ ਇਹ ਤਾਂ ਦੁਖੀ ਹੈ। ਹੁਣ ਉਦਾਹਰਨਾਂ ਕਿੰਨੀਆਂ ਦਿੱਤੀਆਂ, ਸਿਰਫ ਵੱਡੇ ਵੱਡੇ ਸ਼ਕਤੀਸ਼ਾਲੀਆਂ ਦੀ ਦਿੱਤੀਆਂ। ਹੁਣ ਸਾਡੇ ਗੁਰੂ ਆਏ, ਪੰਜਵੇਂ ਗੁਰੂ ਨੂੰ ਤੱਤੀ ਤਵੀ 'ਤੇ ਬੈਠਣਾ ਪਿਆ। ਨੌਵੇਂ ਪਾਤਸ਼ਾਹ ਨੂੰ ਦਿੱਲੀ ਦੇ ਵਿੱਚ ਸ਼ਹੀਦ ਹੋਣਾ ਪਿਆ। ਗੁਰੂ ਨਾਨਕ ਸਾਹਿਬ ਵੀ ਸਾਰੀ ਉਮਰ ਹੀ ਉਹਨਾਂ ਨੇ ਲੰਘ ਕੇ ਕੱਢੀ, ਕੋਈ ਆਰਾਮ ਨਾਲ ਨਹੀਂ ਬੈਠੇ। ਪਰ ਗੁਰੂ ਸਾਹਿਬ ਕਹਿੰਦੇ ਦੁੱਖ ਤਾਂ ਆਉਣਗੇ, ਪਰ ਤੁਸੀਂ ਕੀ ਕਰ ਸਕਦੇ? ਦੁੱਖ ਨਹੀਂ ਖਤਮ ਹੋਣੇ। ਮੰਨੇ ਨਾਉ ਸੋਈ ਜਿਨ ਗਿਆ। ਬਸ ਜਿਹਨੇ ਨਾਮ ਨੂੰ ਮੰਨ ਲਿਆ ਉਹ ਜਿੱਤ ਜਾਂਦਾ ਹੈ। ਅੱਜ ਅਸੀਂ ਨਾਮ ਨੂੰ ਮੰਨਣ ਵਾਲੀ ਕਲਾਸ 'ਚ ਜਾਣਾ ਹੈ। ਅਸੀਂ ਵੀ ਦੁਖੀ ਹਾਂ, ਸਾਰੇ ਦੁਖੀ ਹੈ। ਨਾਮ ਮੰਨੇ ਸੋਈ ਜਿਨ ਗਿਆ। ਕਹਿੰਦੇ ਜਿਹੜਾ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਨਾਮ ਨੂੰ ਮੰਨਦਾ, ਉਹਦੇ ਮਨ 'ਚ ਵਸਾ ਲੈਂਦਾ, ਉਹ ਆਪਦੇ ਮਨ ਨੂੰ ਜਿੱਤ ਲੈਂਦਾ, ਕਾਬੂ ਕਰ ਲੈਂਦਾ, ਉਹ ਦੁਨੀਆ ਨੂੰ ਜਿੱਤ ਲੈਂਦਾ, ਜ਼ਿੰਦਗੀ ਦੀ ਬਾਜੀ ਜਿੱਤ ਲੈਂਦਾ। ਔਰ ਹੀ ਕਰਮ ਨਾ ਲੇਖੇ ਲਾਏ। ਪਰ ਗੁਰੂ ਦੇ ਰਾਹੀਂ ਨਾਮ ਤੋਂ ਬਿਨਾਂ ਹੋਰ ਕੋਈ ਕਰਮ ਨਹੀਂ ਹੈ ਜਿਹੜਾ ਸਾਨੂੰ ਇਹ ਜ਼ਿੰਦਗੀ ਦੀ ਬਾਜੀ ਜਿਤਾ ਸਕਦਾ ਹੋਵੇ,
ਨਾਮ ਹੀ ਸਭ ਕੁਝ ਹੈ। ਨਾਮ ਤੋਂ ਬਿਨਾਂ ਸਾਰੇ ਅਸੀਂ ਅਸਫਲ ਹੈ। ਜ਼ਿੰਦਗੀ ਦੀ ਬਾਜੀ ਸਫਲ ਇੱਕੋ ਹੀ ਹੈ ਕੰਮ ਵੀ ਨਾਮ ਤੋਂ ਨਾਲ ਹੀ ਹੋ ਸਕਦੀ ਹੈ, ਨਾਮ ਤੋਂ ਬਿਨਾਂ ਨਹੀਂ ਹੋ ਸਕਦੀ। ਇੰਨੀਆਂ ਉਦਾਹਰਨਾਂ ਦੇ ਕੇ ਗੁਰੂ ਸਾਹਿਬ ਨੇ ਕੀ ਕਿਹਾ ਵੀ ਤੁਸੀਂ ਵੀ ਜ਼ਿੰਦਗੀ 'ਚ ਆਉਂਦੇ ਇਹਨੂੰ ਰਜਾ ਮੰਨੋ, ਜੋ ਵੀ ਆਉਂਦਾ ਤੁਹਾਡੇ ਜ਼ਿੰਦਗੀ 'ਚ, ਅਤੇ ਨਾਮ ਜਪ ਕੇ ਮਨ ਨੂੰ ਤ੍ਰਿਪਤ ਕਰ ਲਓ। ਜਦੋਂ ਸੱਚ ਦਾ ਭੋਜਨ ਖਾਂਦਾ ਹੈ ਮਨ ਤ੍ਰਿਪਤ ਪਈ ਸੱਚ ਭੋਜਨ ਖਾਇਆ। ਮਨ ਉਦੋਂ ਤ੍ਰਿਪਤ ਹੁੰਦਾ ਜਦੋਂ ਸੱਚ ਦਾ ਭੋਜਨ ਖਾਂਦਾ ਹੈ। ਹੋਰ ਸੱਚ ਦੇ ਭੋਜਨ ਤੋਂ ਬਿਨਾਂ ਮਨ ਨਹੀਂ ਰੱਜਦਾ। ਅਸੀਂ ਬਸ ਸੱਚ ਦੇ ਭੋਜਨ ਨੂੰ ਖਾਣ ਦੀ ਕੋਸ਼ਿਸ਼ ਕਰਨੀ ਹੈ। ਗੁਰੂ ਤਾਂ ਉਦਾਹਰਨਾਂ ਦਿੰਦੇ ਸਾਨੂੰ ਸਮਝਾਉਣ ਵਾਸਤੇ ਵੀ। ਦੇਖ ਲਓ ਇਸ ਤਰ੍ਹਾਂ ਇਹ ਤੋਂ ਪਹਿਲਾਂ ਹੋਇਆ, ਅੱਜ ਵੀ ਹੋਊਗਾ, ਆਉਣ ਵਾਲੇ ਸਮੇਂ 'ਚ ਹੀ ਹੋਊਗਾ ਹੀ। ਮਹੱਲਾ ਦੂਜਾ। ਜਪ ਤਪ ਸਭ ਕੁਛ ਮੰਨੀਏ, ਅਵਰ ਕਾਰਾ ਸਭ ਬਾਦ। ਨਾਨਕ ਮੰਨਿਆ ਮੰਨੀਏ, ਬੁਝੀਏ ਗੁਰ ਪ੍ਰਸਾਦ। ਗੁਰੂ ਸਾਹਿਬ ਕਹਿੰਦੇ ਬਸ ਤੁਹਾਡਾ ਮਨ ਪਰਮਾਤਮਾ ਨਾਲ ਜੁੜ ਜਾਵੇ, ਇਹੋ ਜਿਹੇ ਜਪ ਤਪ ਕਰੋ। ਜੇ ਤੁਹਾਡਾ ਮਨ ਪਰਮਾਤਮਾ ਨਾਲ ਜੁੜ ਗਿਆ ਤਾਂ ਠੀਕ ਹੈ, ਨਹੀਂ ਤਾਂ ਤੁਹਾਡੇ ਸਭ ਕੁਝ ਫੇਲ ਹੈ। ਜਪ ਤਪ ਸਭ ਕੁਝ ਮੰਨੀ। ਗੁਰੂ ਸਾਹਿਬ ਕਹਿੰਦੇ ਅਵਰਾ ਕਾਰਾ ਸਭ ਬਾਦ। ਗੁਰੂ ਸਾਹਿਬ ਦੇ ਨਾਮ ਤੋਂ ਬਿਨਾਂ ਸਾਰੇ ਕੰਮ ਵਿਅਰਥ ਹੈ। ਨਾਨਕ ਮੰਨਿਆ ਮੰਨੀਏ, ਬੁਝੀਏ ਗੁਰ ਪ੍ਰਸਾਦ। ਪਰ ਗੁਰੂ ਸਾਹਿਬ ਦੇ ਨਾਮ ਨੂੰ ਮੰਨਣ ਵਾਲਾ ਹੀ ਆਦਰ ਪਾਉਂਦਾ, ਜਿਹੜਾ ਨਾਮ ਨੂੰ ਮਨ 'ਚ ਵਸਾਉਂਦਾ, ਸੱਚ ਨਾਲ ਜੁੜਦਾ, ਜਿਹੜਾ ਉਹੀ ਪਾਸ ਹੈ। ਪਰ ਸੱਚ ਨਾਲ ਜੁੜਨਾ ਕੋਈ ਮਾਮੂਲੀ ਗੱਲ ਨਹੀਂ ਹੈ। ਗੁਰ ਦੇ ਪ੍ਰਸਾਦ ਦੇ ਨਾਲ ਸਾਰੀ ਸਮਝ ਆਉਂਦੀ ਹੈ। ਬਾਣੀ ਸਮਝ ਕੇ ਸਾਰੇ ਵਿਸ਼ੇ ਦੀ ਸਮਝ ਆ ਜਾਂਦੀ ਹੈ, ਪਰਮਾਤਮਾ ਦੀ ਸਮਝ ਆ ਜਾਂਦੀ ਹੈ। ਫਿਰ ਉਹਦੇ ਨਾਲ ਜੁੜਨ ਦਾ ਤਰੀਕਾ ਗੁਰੂ ਦਿੰਦੇ ਆ, ਉਹਦੀਆਂ ਸਿਫਤਾਂ ਕਰ ਕਰਕੇ ਉਹਦੇ ਨਾਲ ਜੁੜਿਆ ਜਾਂਦਾ ਹੈ। ਉਹਦੇ ਗੀਤ ਗਾ ਗਾ ਕੇ ਫਿਰ ਗੁਰੂ ਸਾਹਿਬ ਕਹਿੰਦੇ ਜੁੜ ਸਕਦੇ ਆ ਗੁਰ ਪ੍ਰਸਾਦ। ਅਤੇ ਪਰ ਨਾਮ ਤੋਂ ਵਿੱਚ ਜੇ ਮਨ ਪ੍ਰਭੂ ਦੇ ਨਾਮ ਵਿੱਚ ਪਤੀਤ ਜਾਏ ਤਾਂ ਜਪ ਤਪ ਹਰੇਕ ਉਦਮ ਸਮਝ ਲਓ ਵਿੱਚ ਹੀ ਆ ਗਈ। ਕਾਸੇ ਦੀ ਲੋੜ ਨਹੀਂ, ਕੋਈ ਜਪ ਤਪ, ਕੋਈ ਦਾਨ ਪੁੰਨ, ਤੀਰਥ ਵਰਤ, ਕਾਸੇ ਦੀ ਲੋੜ ਨਹੀਂ। ਬਸ ਨਾਮ ਦੇ ਵਿੱਚ ਹੀ ਸਭ ਕੁਝ ਆ ਜਾਂਦੇ। ਲੱਖ ਅਰਬ ਖਰਬ ਕੀਨੋ ਦਾਨ, ਜਾ ਕੇ ਹਿਰਦੇ ਵਸਿਓ ਹਰ ਨਾਮ। ਬਸ ਸਾਡੇ ਹਿਰਦੇ 'ਚ ਉਹਦਾ ਨਾਮ ਵਸ ਜੇ, ਸਾਡੇ ਲੱਖਾਂ ਅਰਬਾਂ ਖਰਬਾਂ ਅਸੀਂ ਦਾਨ ਕਰ ਦਿੱਤੇ, ਜੇ ਸਾਡੇ ਹਿਰਦੇ 'ਚ ਨਾਮ ਵਸ ਗਿਆ। ਗੁਰੂ ਸਾਹਿਬ ਦੇ ਨਾਮ ਦੇ ਹੀ 'ਤੇ ਹੀ ਤੁਸੀਂ ਜ਼ੋਰ ਲਾਉਣਾ ਹੈ, ਇਤਨੀ ਮਿਹਨਤ ਕਰਨੀ ਹੈ। ਨਾਮ ਧਿਆਨ ਦੀ ਮਿਹਨਤ ਕਰਨੀ ਹੈ, ਮਸ਼ੱਕਤ ਕਰਨੀ। ਅਸੀਂ ਜਿਨ੍ਹਾਂ ਨੂੰ ਇਹ ਸਾਰੀ ਸਮਝ ਆ ਜਾਂਦੀ ਹੈ ਉਹ ਫਿਰ ਕਰ ਲੈਂਦੇ, ਬੜੇ ਸੌਖੇ ਤਰੀਕੇ ਨਾਲ ਜੁੜ ਜਾਂਦੇ ਆ। ਕਿਉਂਕਿ ਨਾਮ ਤੋਂ ਬਿਨਾਂ ਕੋਈ ਸੁਖੀ ਨਹੀਂ ਹੋ ਸਕਦਾ, ਸਾਰੇ ਦੁਖੀ ਰਵਾਂਗੇ। ਅਤੇ ਨਾਮ ਕਰਮ ਕਾਂਡਾਂ ਨਾਲ ਨਹੀਂ ਮਿਲਦਾ, ਗੁਰੂ ਦੇ ਪ੍ਰਸਾਦ ਨਾਲ ਮਿਲਦਾ। ਪੌੜੀ 'ਚ ਗੁਰੂ ਸਾਹਿਬ ਕਹਿੰਦੇ ਕਾਇਆ ਹੰਸ ਤੁਰ ਮੇਲ, ਕਰਤੇ ਲਿਖ ਪਾਇਆ, ਸਭ ਮੇਂ ਗੁਪਤ ਵਰਤਦਾ, ਗੁਰਮੁਖ ਪ੍ਰਗਟਾਇਆ। ਗੁਣ ਗਾਵੇ ਗੁਣ ਉਚਰੇ, ਗੁਣ ਮਾਹੇ ਸਮਾਇਆ, ਸੱਚੀ ਬਾਣੀ ਸੱਚ ਹੈ, ਸੱਚ ਮੇਲ ਮਿਲਾਇਆ। ਸਭ ਕੁਝ ਆਪੇ ਆਪ ਹੈ, ਆਪੇ ਦੇ ਵਡਿਆਈ। ਗੁਰੂ ਸਾਹਿਬ ਦੇ ਕਾਇਆ ਹੰਸ ਮੇਲ, ਕਾਇਆ ਹੰਸ ਤੁਰ ਮੇਲ ਕਰਤੇ ਲਿਖ ਪਾਇਆ। ਗੁਰੂ ਸਾਹਿਬ ਦੇ ਕਾਇਆ ਤੇ ਹੰਸ ਦਾ ਮਿਲਾਪ ਹੁੰਦਾ ਹੈ, ਫਿਰ ਇਹ ਸਰੀਰ ਬਣ ਕੇ ਇੱਥੇ ਦੁਨੀਆ 'ਚ ਬਾਹਰ ਆਉਂਦਾ ਹੈ ਅਤੇ ਤੁਰਿਆ ਫਿਰਦਾ ਹੈ। ਕਾਇਆ ਸਰੀਰ ਹੈ, ਜਿਹੜਾ ਹੰਸ ਅੰਦਰ ਜੀਓ ਹੈ, ਉਹ ਜੀਓ ਪਾ ਕੇ ਗੁਰੂ ਸਾਹਿਬ ਕਹਿੰਦੇ ਪਰਮਾਤਮਾ ਨੇ ਤੁਹਾਡਾ ਸਰੀਰ ਬਣਾਇਆ, ਉਹਨਾਂ ਦਾ ਮੇਲ ਕਰਾ ਦਿੱਤਾ।
ਦੁਬਾਰਾ ਫਿਰ ਇਹਨੇ ਵਿਛੜਨਾ, ਮੌਤ ਆਉਣੀ ਹੈ, ਕਾਇਆ ਨੂੰ ਛੱਡ ਕੇ ਹੰਸ ਨੇ ਚਲਾ ਜਾਣਾ। ਪਰ ਉਹ ਪਰਮਾਤਮਾ ਦੇ ਹੁਕਮ 'ਚ ਕੁਝ ਸਮੇਂ ਵਾਸਤੇ ਸਰੀਰ ਤੇ ਆਤਮਾ, ਮਨ ਤੇ ਸਰੀਰ ਇਕੱਠੇ ਹੁੰਦੇ ਆ, ਰਹਿੰਦੇ ਇੱਕ। ਉਹ ਆਪਣੇ ਹੁਕਮ 'ਚ ਹੀ ਬਣਾ ਦਿੱਤਾ, ਪਰ ਕੁਝ ਸਵਾਸ ਦੇ ਕੇ ਇਸ ਦੁਨੀਆ 'ਚ ਭੇਜ ਦਿੱਤਾ। ਉਹ ਸਵਾਸ ਖਤਮ ਹੋ ਜਾਣੇ, ਹੰਸ ਨੇ ਕਾਇਆ ਨੂੰ ਛੱਡ ਕੇ ਤੁਰ ਜਾਣਾ। ਸਭ में गुप्त प्रगटा ਵਰਤਦਾ ਗੁਰਮੁਖ ਭਗਟਾ। ਗੁੱਸਾ ਕਹਿੰਦੇ ਉਹ ਪਰਮਾਤਮਾ ਨੇ ਸਭ ਕੁਝ ਬਣਾ ਕੇ, ਸਰੀਰ ਬਣਾ ਕੇ, ਇਹਦੇ ਵਿੱਚ ਜੀਵ ਬਣਾ ਕੇ ਸਾਰਾ ਬਣਾ ਦਿੱਤਾ, ਪਰ ਆਪ ਵੀ ਅੰਦਰ ਗੁਪਤ ਤੌਰ 'ਤੇ ਵਸਦਾ ਹੈ, ਹਰੇਕ ਦੇ ਵਿੱਚ ਵਸ ਰਿਹਾ ਹੈ। ਪਰ ਹਰੇਕ ਨੂੰ ਉਹ ਪਰਮਾਤਮਾ ਦਿਖਦਾ ਨਹੀਂ, ਸਿਰਫ ਗੁਰੂ ਦੇ ਸਿੱਖ ਨੂੰ ਦਿਖਦਾ, ਜਿਹੜਾ ਗੁਰਮੁਖ ਹੁੰਦਾ। ਉਸ ਨੂੰ ਗੁਰੂ ਦੇ ਗਿਆਨ ਦੇ ਨਾਲ ਸਭ ਥਾਂ ਪਰਮਾਤਮਾ ਵਸਦਾ ਪ੍ਰਗਟ ਹੋ ਜਾਂਦਾ, ਦਿਸਣ ਲੱਗ ਜਾਂਦਾ, ਸਮਝ ਆ ਜਾਂਦੀ। ਪਰਮਾਤਮਾ ਵਸਦਾ ਸ਼ਬਦ 'ਚ ਹੈ, ਮੌਜੂਦ ਹੈ, ਪਰ ਗੁਰੂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਬਾਣੀ ਦੇ ਗਿਆਨ ਰਾਹੀਂ ਉਹਨੂੰ ਸਭ 'ਚ ਦੇਖਣਾ ਆ ਜਾਂਦਾ ਆਦਮੀ ਨੂੰ। ਫਿਰ ਜਿਹਨੂੰ ਇਹ ਪ੍ਰਗਟ ਹੋ ਜਾਂਦਾ, ਸਮਝ ਆ ਜਾਂਦੀ ਹੈ, ਉਹਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਉਹਦੇ ਨਾਲ ਪਿਆਰ ਪਾਉਣਾ ਹੈ। ਗੁਣ ਗਾ ਗਾ ਕੇ ਪਿਆਰ ਪੈਂਦਾ ਹੈ। ਉਹ ਫਿਰ ਕੀ ਕਰਦਾ, ਗੁਣ ਗਾਵੇ ਗੁਣ ਉਚਰੇ, ਗੁਣ ਮਾਹੇ ਸਮਾਇਆ। ਜਿਹੜਾ ਗੁਰੂ ਦਾ ਸਿੱਖ ਬਣ ਜਾਂਦਾ, ਉਹ ਪਰਮਾਤਮਾ ਦੇ ਗੁਣ ਗਾਉਂਦਾ, ਉਚਾਰਦਾ ਹੈ, ਅਤੇ ਦੂਸਰਿਆਂ ਨੂੰ ਵੀ ਕਹਿੰਦਾ ਵੀ ਉਹਦੇ ਨਾਮ ਜਪੋ, ਵੀ ਉਹਦੇ ਗੁਣ ਗਾਓ। ਉਹ ਗੁਣਾਂ 'ਚ ਲੀਨ ਹੋ ਜਾਂਦਾ ਹੈ। ਜਿਵੇਂ ਜਿਵੇਂ ਪਰਮਾਤਮਾ ਦੀ ਸਿਫਤ ਕਰਾਂਗੇ, ਗੁਣ ਗਾਵਾਂਗੇ, ਕੀਰਤਨ ਗਾਵਾਂਗੇ, ਉਹਦੇ 'ਚ ਲੀਨ ਹੁੰਦੇ ਜਾਵਾਂਗੇ। ਸੱਚੀ ਬਾਣੀ ਸੱਚ ਹੈ, ਸੱਚ ਮੇਲ ਮਿਲਾਇਆ। ਗੁਰੂ ਸਾਹਿਬ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਜਿਹੜਾ ਇਹਦਾ ਅੱਖਰ ਅੱਖਰ ਪਰਮਾਤਮਾ ਦੀ ਗੱਲ ਕਰ ਰਿਹਾ, ਸੱਚ ਦੀ ਗੱਲ ਕਰ ਰਿਹਾ, ਆ ਸੱਚ ਜਗਾ ਸੱਚ ਦੀ ਗੱਲ ਕਰ ਰਿਹਾ। ਇਹ ਸੱਚ ਨਾਲ ਮਿਲਾਪ ਕਰਾ ਦਿੰਦੀ ਹੈ। ਹੁਣ ਬਾਣੀ ਪੜ੍ਹ ਕੇ ਅਸੀਂ ਸੱਚ ਨਾਲ ਮਿਲਾਪ ਹੋਣਾ, ਪਰਮਾਤਮਾ ਨਾਲ ਮਿਲਾਪ ਹੋਣਾ ਸਾਡਾ। ਪਰ ਬਾਣੀ ਪੜ੍ਹਨ ਵਾਲੇ ਬਥੇਰੇ ਮਿਲਣਗੇ, ਪਰ ਪਰਮਾਤਮਾ ਨਾਲ ਮਿਲਾਪ ਹੋਏ ਵਾਲੇ ਬੜੇ ਵਿਰਲੇ ਹੈ। ਗੁਰੂ ਸਾਹਿਬ ਦੇ ਸਤਿਗੁਰ ਦੀ ਸੱਚੀ ਬਾਣੀ ਰਾਹੀਂ ਉਹ ਆਦਮੀ ਸੱਚੇ ਪ੍ਰਭੂ ਦਾ ਰੂਪ ਹੋ ਜਾਂਦਾ, ਉਹਦੇ ਨਾਲ ਇੱਕਮਿਕ ਹੋ ਜਾਂਦਾ, ਉਹਦੇ ਨਾਲ ਮਿਲਾਪ ਹੋ ਜਾਂਦਾ, ਉਹਦਾ ਸੱਚਾ ਨਾਮ ਮੇਰਾ ਆਧਾਰੋ ਹੋ ਜਾਂਦਾ। ਕਹਿੰਦੇ ਗੁਰੂ ਨੇ ਸੱਚੇ ਪ੍ਰਭੂ ਉਸ ਸੰਗਤ ਵਿੱਚ ਰੱਖ ਕੇ ਮਿਲਾ ਦਿੱਤਾ। ਗੁਰੂ ਆਦਿ ਸੰਗਤ ਦੇ ਵਿੱਚ ਸਾਡਾ ਤੇ ਪਰਮਾਤਮਾ ਦਾ ਮਿਲਾਪ ਕਰਾ ਦਿੰਦੇ ਆ, ਪਰ ਗੁਰੂ ਨਾਲ ਸੰਗਤ ਕੋਈ ਵਿਰਲਾ ਕਰਦਾ ਹੈ। ਸਭ ਕੁਝ ਆਪੇ ਆਪ ਹੈ, ਆਪੇ ਦੇ ਵਡਿਆਈ। ਫਿਰ ਗੁਰੂ ਦੀ ਬਾਣੀ ਸਮਝ ਕੇ ਪਤਾ ਲੱਗਦਾ ਇਸ ਸਭ 'ਚ ਪਰਮਾਤਮਾ ਆਪ ਹੀ ਬੈਠਾ ਤੇ ਆਪ ਹੀ ਕਰ ਕਰਾ ਰਿਹਾ। ਹਰੇਕ ਸ਼ਾਸਤਰੀ ਦੇ ਵਿੱਚ ਹੋ ਰਿਹਾ, ਪਰਮਾਤਮਾ ਦੀ ਮਰਜ਼ੀ ਮੁਤਾਬਕ ਹੋ ਰਿਹਾ, ਆਪ ਹੀ ਵਡਿਆਈ ਬਖਸ਼ਦਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨਾਮ ਮੰਗਿਆ ਕਰੋ ਉਹਦੇ ਤੋਂ, ਨਾਮ ਹੀ ਸਭ ਕੁਝ ਹੈ। ਇਹ ਪਰਮਾਤਮਾ ਆਪਦੀ ਬਖਸ਼ ਆਪ ਕਰਦਾ ਹੈਗਾ। ਸ਼ਲੋਕ ਮਹੱਲਾ ਕੋਈ ਅਵਰ ਨ ਤੇਰੀ ਪਾਤੇ, ਅਵਰ ਨ ਤੇਰੀ ਪਾਤੇ।